कर इस दुनिया को क्या लाभ होगा, खोकर आत्मा को क्या पाएगा तू, जीत कर इस दुनिया को क्या लाभ होगा, खोकर आत्मा को तू आजा यीशु के पास, तुझे यीशु बुला रहा, तू आजा यीशु के पास, तुझे यीशु बुला रहा, यीशु बुला रहा, यीशु बुला रहा, तेरा नाम लेने गए, तुझे यीशु बुला रहा, तेरा नाम लेने गए, तुझे यीशु बुला रहा। ਬਾਪ ਅਤੇ ਬੇਟੇ ਅਤੇ ਰੂਹ ਪਾਕ ਦੇ ਨਾਮ ਉਤੇ ਆਮੀਨ। ਸਾਡੇ ਪ੍ਰਭੂ ਯਿਸੂ ਮਸੀਹ ਦਾ ਫਜ਼ਲ, ਖੁਦਾ ਬਾਪ ਦਾ ਪ੍ਰੇਮ ਤੇ ਰੂਹ ਪਾਕ ਦੀ ਸਾਂਝ ਤੁਹਾਡੇ ਨਾਲ ਹੋਵੇ। ਅਤੇ ਤੁਹਾਡੀ ਰੂਹ ਨਾਲ ਵੀ ਹੋਵੇ। ਮਸੀਹ ਦੇ ਪਿਆਰੇ ਭੈਣੋ ਤੇ ਭਰਾਓ, ਕਲੀਸਿਆ ਵਿੱਚ ਹਰ ਸਦੀ ਦੇ ਲੋਕ ਆਪਣੀ ਜ਼ਿੰਮੇਵਾਰੀ ਨੂੰ ਇਸ ਤਰ੍ਹਾਂ ਪੂਰਾ ਕਰਦੇ ਹਨ ਕਿ ਉਹ ਆਪਣੇ ਈਮਾਨ ਨੂੰ ਦੂਜੀ ਪੀੜ੍ਹੀ ਤੱਕ ਪਹੁੰਚਾਉਂਦੇ ਹਨ। ਜੋ ਮਸੀਹੀ ਸਿੱਖਿਆਵਾਂ, ਆਗਿਆਵਾਂ ਅਤੇ ਈਮਾਨ ਉਹਨਾਂ ਨੇ ਗ੍ਰਹਿਣ ਕੀਤਾ ਹੁੰਦਾ ਹੈ, ਉਸ ਨੂੰ ਅਗਲੀ ਪੀੜ੍ਹੀ ਤੱਕ ਪਹੁੰਚਾਉਣਾ ਹੀ ਹਰ ਇੱਕ ਇਨਸਾਨ ਦਾ ਫਰਜ਼ ਹੈ। ਅਸੀਂ ਵੇਖਦੇ ਹਾਂ ਅੱਜ ਦੇ ਪਾਠਾਂ ਵਿੱਚੋਂ ਆਪਾਂ ਸੁਣਾਂਗੇ, ਖਾਸ ਤੌਰ 'ਤੇ ਪਹਿਲੇ ਪਾਠ ਦੇ ਰਾਹੀਂ, ਕਿ ਕਲੀਸਿਆ ਦਾ ਸਭ ਤੋਂ ਪਹਿਲਾ ਸ਼ਹੀਦ ਹੋਇਆ ਹੈ ਸੰਤ ਸਟੀਫਨ, ਜੋ ਇੱਕ ਡੀਕਨ ਸੀ। ਜਦੋਂ ਵੀ ਕਲੀਸਿਆ ਉੱਤੇ ਈਮਾਨ ਦੇ ਕਾਰਨ ਅਤਿਆਚਾਰ ਹੁੰਦਾ ਹੈ, ਉਨਾ ਹੀ ਈਮਾਨ ਦੀ ਮਜ਼ਬੂਤੀ ਜ਼ਿਆਦਾ ਹੁੰਦੀ ਹੈ ਅਤੇ ਉਨਾ ਹੀ ਵੱਧ ਵਿਸ਼ਵਾਸੀਆਂ ਦੀ ਗਿਣਤੀ ਵਿੱਚ ਵਾਧਾ ਹੁੰਦਾ ਹੈ। ਇਹਨਾਂ 2000 ਸਾਲਾਂ ਦੇ ਵਿੱਚ ਯਿਸੂ ਮਸੀਹ ਦੇ ਨਾਂ ਦੀ ਖਾਤਰ, ਵਿਸ਼ਵਾਸ ਦੀ ਖਾਤਰ ਅਣਗਿਣਤ ਲੋਕਾਂ ਨੇ ਆਪਣੀ ਜਾਨ ਦੀ ਕੁਰਬਾਨੀ ਦਿੱਤੀ ਅਤੇ ਅਣਗਿਣਤ ਲੋਕਾਂ ਨੇ ਪ੍ਰਭੂ ਯਿਸੂ ਮਸੀਹ ਦੇ ਖਾਤਰ ਸ਼ਹੀਦੀ ਪ੍ਰਾਪਤ ਕੀਤੀ, ਅਤਿਆਚਾਰ ਅਤੇ ਜ਼ੁਲਮਾਂ ਦਾ ਸਾਹਮਣਾ ਕੀਤਾ। ਇਹ 2000 ਸਾਲ ਇਹਨਾਂ ਚੀਜ਼ਾਂ ਦੇ ਗਵਾਹ ਹਨ। ਇਸ ਸਮੇਂ ਅਸੀਂ 21ਵੀਂ ਸਦੀ ਵਿੱਚ ਹਾਂ ਅਤੇ ਹੁਣ ਸਾਡੀ ਵਾਰੀ ਹੈ ਕਿ ਜੋ ਈਮਾਨ, ਵਿਸ਼ਵਾਸ ਅਸੀਂ ਗ੍ਰਹਿਣ ਕੀਤਾ ਹੈ, ਸਾਨੂੰ ਮਿਲਿਆ ਹੈ, ਅਸੀਂ ਇਸ ਨੂੰ ਅਗਲੀ ਪੀੜ੍ਹੀ ਤੱਕ ਪਹੁੰਚਾਉਣਾ ਹੈ। ਉਸ ਦੇ ਵਿੱਚ ਭਾਵੇਂ ਸਾਨੂੰ ਆਪਣੀ ਜਾਨ ਦੀ ਕੁਰਬਾਨੀ ਦੇਣੀ ਪਵੇ ਜਾਂ ਦੁੱਖਾਂ, ਮੁਸੀਬਤਾਂ, ਅਤਿਆਚਾਰਾਂ, ਜ਼ੁਲਮਾਂ ਦਾ ਸਾਹਮਣਾ ਵੀ ਕਰਨਾ ਪਵੇ। ਜੇਕਰ ਅਸੀਂ ਪਿੱਛੇ ਹਟ ਗਏ, ਇਹਦਾ ਮਤਲਬ ਅਸੀਂ ਆਪਣੀਆਂ ਜ਼ਿੰਮੇਵਾਰੀਆਂ ਪ੍ਰਭੂ ਦੇ ਪ੍ਰਤੀ ਨਹੀਂ ਨਿਭਾ ਰਹੇ। ਜੇਕਰ ਅਸੀਂ ਨਹੀਂ ਨਿਭਾਵਾਂਗੇ ਤੇ ਜੋ ਈਮਾਨ ਅਸੀਂ ਅਗਲੀ ਪੀੜ੍ਹੀ ਤੱਕ ਪਹੁੰਚਾਉਣਾ ਹੈ, ਸਾਡੇ ਨਾਲ ਹੀ ਖਤਮ ਹੋ ਜਾਵੇਗਾ। ਇਸ ਕਰਕੇ ਜੇਕਰ ਅਸੀਂ ਪ੍ਰਭੂ ਦੇ ਸੱਚੇ ਪੈਰੋਕਾਰ ਹਾਂ ਤੇ ਅਸੀਂ ਆਪਣੇ ਈਮਾਨ ਦੀ ਜ਼ਿੰਦਗੀ ਨੂੰ, ਉਹਨਾਂ ਭੇਦਾਂ ਨੂੰ, ਵਚਨਾਂ ਨੂੰ, ਸਿੱਖਿਆਵਾਂ ਨੂੰ ਅਗਲੀ ਪੀੜ੍ਹੀ ਤੱਕ ਪਹੁੰਚਾਉਣ ਲਈ ਹਰ ਸੰਭਵ ਕਾਰਜ ਕਰੀਏ, ਹਰ ਸੰਭਵ ਤਰੀਕੇ ਨਾਲ ਇਸ ਦੇ ਪ੍ਰਤੀ ਹਮੇਸ਼ਾ ਸਰਗਰਮ ਰਹੀਏ। ਆਓ ਅਸੀਂ ਅੱਜ ਇਸ ਪਾਕਮਾਰ ਦੀ ਕੁਰਬਾਨੀ ਵਿੱਚ ਅੱਜ ਖਾਸ ਤੌਰ 'ਤੇ ਸੰਸਾਰ ਭਰ ਵਿੱਚ ਜਿੰਨੇ ਵੀ ਮਿਸ਼ਨਰੀ ਹਨ, ਉਹਨਾਂ ਲਈ ਪ੍ਰਾਰਥਨਾ ਕਰੀਏ। ਜਿੱਥੇ ਕਿਤੇ ਵੀ ਇਹ ਹੋਣ, ਪ੍ਰਭੂ ਇਹਨਾਂ ਨੂੰ ਆਪਣੀ ਪਵਿੱਤਰ ਆਤਮਾ ਦੀ ਅਗਵਾਈ ਹੇਠ ਚਲਾਵੇ, ਤਾਂ ਜੋ ਸੰਸਾਰ ਭਰ ਦੇ ਵਿੱਚ ਪ੍ਰਭੂ ਯਿਸੂ ਦੇ ਨਾਂ ਦਾ ਪ੍ਰਚਾਰ ਕਰ ਸਕਣ। ਅੱਜ ਦਿਨਾਂ ਪਵਿੱਤਰ ਭੇਦਾਂ ਨੂੰ ਯੋਗਦਾਨ ਬਣਾਉਣ ਲਈ ਆਓ ਅਸੀਂ ਆਪਣੇ ਆਪ ਦੀ ਜਾਂਚ ਕਰੀਏ, ਆਪਣੀ ਅੰਤਰਾਤਮਾ, ਆਪਣੇ ਜ਼ਮੀਰ ਵੱਲ
ਝਾਤ ਮਾਰੀਏ। ਜੋ ਵੀ ਅਸੀਂ ਗੁਨਾਹ ਗਲਤੀਆਂ ਕੀਤੀਆਂ ਹਨ ਉਹਨਾਂ ਨੂੰ ਪ੍ਰਭੂ ਦੀ ਦਇਆ ਅੱਗੇ ਰੱਖਦੇ ਹੋਏ ਸੱਚੇ ਦਿਨਾਂ ਪਛਤਾਵਾ ਕਰੀਏ, ਤਾਂ ਯੋਗ ਢੰਗ ਨਾਲ ਇਸ ਪਵਿੱਤਰ ਕੁਰਬਾਨੀ ਵਿੱਚ ਹਿੱਸਾ ਲੈ ਸਕੀਏ। ਮੈਂ ਇਕਬਾਲ ਕਰਦਾ ਹਾਂ ਪੂਰੀ ਕੁਦਰਤ ਵਾਲੇ ਖੁਦਾ ਅਤੇ ਤੁਹਾਡੇ ਅੱਗੇ, ਐ ਪ੍ਰਭੂ ਤੇ ਭੈਣੋ, ਕਿ ਮੈਂ ਸੋਚਣ ਨਾਲ, ਬੋਲਣ ਨਾਲ, ਕਰਨ ਨਾਲ ਅਤੇ ਅਣਗਹਿਲੀ ਨਾਲ ਬਹੁਤ ਗੁਨਾਹ ਕੀਤੇ। ਆਪਣੇ ਦੋਸ਼ ਦੇ ਨਾਲ, ਆਪਣੇ ਹੀ ਦੋਸ਼ ਦੇ ਨਾਲ, ਆਪਣੇ ਬਹੁਤ ਵੱਡੇ ਦੋਸ਼ ਦੇ ਨਾਲ। ਇਸ ਲਈ ਮੈਂ ਧੰਨ ਸਦਾ ਕੁਆਰੀ ਮਰੀਅਮ, ਸਾਰਿਆਂ ਫਰਿਸ਼ਤਿਆਂ ਅਤੇ ਸੰਤਾਂ ਅਤੇ ਤੁਹਾਡੇ ਅੱਗੇ, ਐ ਪ੍ਰਭੂ ਤੇ ਭੈਣੋ, ਮੈਂ ਬੇਨਤੀ ਕਰਦਾ ਹਾਂ ਕਿ ਮੇਰੇ ਲਈ ਪ੍ਰਭੂ ਖੁਦਾ ਦੇ ਅੱਗੇ ਪ੍ਰਾਰਥਨਾ ਕਰੋ। ਪੂਰੀ ਕੁਦਰਤ ਵਾਲਾ ਖੁਦਾ ਸਾਡੇ ਉੱਤੇ ਦਇਆ ਕਰੇ ਅਤੇ ਸਾਡੇ ਗੁਨਾਹਾਂ ਨੂੰ ਮਾਫ ਕਰਕੇ ਸਾਨੂੰ ਸਦੀਵੀ ਜੀਵਨ ਤੱਕ ਪਹੁੰਚਾਵੇ। ਆਮੀਨ। ਐ ਪ੍ਰਭੂ ਦਇਆ ਕਰ, ਐ ਪ੍ਰਭੂ ਦਇਆ ਕਰ, ਐ ਮਸੀਹਾ ਦਇਆ ਕਰ, ਐ ਮਸੀਹਾ ਦਇਆ ਕਰ, ਐ ਪ੍ਰਭੂ ਦਇਆ ਕਰ। ਐ ਪ੍ਰਭੂ ਦਇਆ ਕਰ। ਅਸੀਂ ਪ੍ਰਾਰਥਨਾ ਕਰੀਏ। ਐ ਪੂਰੀ ਕੁਦਰਤ ਵਾਲੇ ਖੁਦਾ, ਬਖਸ਼ ਦੇ ਕਿ ਗੁਨਾਹ ਭਰੀ ਜ਼ਿੰਦਗੀ ਦੇ ਤੌਰ ਤਰੀਕਿਆਂ ਨੂੰ ਛੱਡ ਕੇ ਅਸੀਂ ਪ੍ਰਭੂ ਯਿਸੂ ਮਸੀਹ ਦੀ ਤਰ੍ਹਾਂ ਜੀਵਨ ਬਸਰ ਕਰ ਸਕੀਏ, ਕਿਉਂ ਜੋ ਚੰਗਾ ਕਰਨ ਵਾਲੇ ਪਾਸਕਾ ਭੇਦਾਂ ਰਾਹੀਂ ਜੋ ਸਾਨੂੰ ਉਹਦੇ ਸਰੂਪ ਦੇ ਵਿੱਚ ਮੁੜ ਬਹਾਲ ਕੀਤਾ ਹੈ, ਜੋ ਤੇਰੇ ਨਾਲ ਰੂਹ ਪਾਕ ਦੀ ਏਕਤਾ ਵਿੱਚ ਇੱਕ ਖੁਦਾ ਜਿਉਂਦਾ ਤੇ ਰਾਜ ਕਰਦਾ ਹੈ, ਸਦਾ ਤੋਂ ਸਦਾ ਤੀਕਰ। ਆਮੀਨ। ਪ੍ਰਭੂ ਤੁਹਾਡੇ ਦਿਲ ਵਿੱਚ ਅਤੇ ਜ਼ੁਬਾਨ ਤੇ ਹੋਵੇ, ਤਾਂ ਯੋਗਤਾ ਨਾਲ ਤੁਸੀਂ ਖੁਦਾ ਦਾ ਵਚਨ ਸੁਣਾ ਸਕੋ। ਬਾਪ ਅਤੇ ਬੇਟੇ ਤੇ ਰੂਹ ਪਾਕ ਦੇ ਨਾਮ ਉਤੇ ਆਮੀਨ। ਪਾਠ ਪਹਿਲਾ। ਰਸੂਲਾਂ ਦੇ ਕਰਤੱਵ, ਉਸ ਦਾ 6 ਬਾਬ 8 ਤੋਂ 15 ਆਇਤ ਤੱਕ। ਸਤੀਫਨੂਸ ਪਰਮੇਸ਼ਵਰ ਦੀ ਕਿਰਪਾ ਅਤੇ ਸ਼ਕਤੀ ਨਾਲ ਭਰਪੂਰ ਹੋ ਕੇ ਲੋਕਾਂ ਵਿੱਚ ਵੱਡੇ ਵੱਡੇ ਚਮਤਕਾਰ ਅਤੇ ਵਿਚਿੱਤਰ ਕੰਮ ਕਰਦਾ ਸੀ। ਇਸ ਦੇ ਕੁਝ ਲੋਕੀ ਜੋ ਸੁਤੰਤਰ ਮਨੁੱਖ ਨਾਂ ਦੀ ਪ੍ਰਾਰਥਨਾ ਸਭਾ ਦੇ ਮੈਂਬਰ ਸਨ ਅਤੇ ਕੁਝ ਕੁਰੇਨੀਆਂ ਤੇ ਸਿਕੰਦਰੀਆਂ ਦੇ ਰਹਿਣ ਵਾਲੇ ਸਨ ਅਤੇ ਕੁਝ ਦੂਜੇ ਕਿਲਕੀਆ ਤੇ ਆਸੀਆ ਦੇ ਲੋਕ ਉੱਠ ਕੇ ਸਤੀਫਨੂਸ ਨਾਲ ਬਹਿਸ ਕਰਨ ਲੱਗੇ, ਪਰ ਉਹ ਉਸ ਬੁੱਧੀ ਅਤੇ ਪਵਿੱਤਰ ਆਤਮਾ ਦਾ ਜਿਸ ਦੁਆਰਾ ਸਤੀਫਨੂਸ ਬੋਲ ਰਿਹਾ ਸੀ ਮੁਕਾਬਲਾ ਨਾ ਕਰ ਸਕੇ। ਫਿਰ ਉਹਨਾਂ ਨੇ ਕੁਝ ਆਦਮੀਆਂ ਨੂੰ ਭੜਕਾਇਆ, ਜਿਹੜੇ ਕਹਿਣ ਲੱਗੇ, ਅਸੀਂ ਇਸ ਨੂੰ ਪਰਮੇਸ਼ਵਰ ਅਤੇ ਮੂਸਾ ਦੀ ਨਿੰਦਾ ਵਿੱਚ ਸ਼ਬਦ ਕਹਿੰਦੇ ਸੁਣਿਆ ਹੈ। ਇਸ ਤਰ੍ਹਾਂ ਉਹਨਾਂ ਨੇ ਲੋਕਾਂ, ਬਜ਼ੁਰਗਾਂ ਅਤੇ ਧਰਮ ਗ੍ਰੰਥੀਆਂ ਨੂੰ ਭੜਕਾਇਆ। ਉਹ ਸਤੀਫਨੂਸ ਕੋਲ ਆਏ ਅਤੇ ਉਸ ਨੂੰ ਫੜ ਕੇ ਸਭਾ ਵਿੱਚ ਲੈ ਗਏ। ਉੱਥੇ ਉਹਨਾਂ ਨੇ ਕੁਝ ਝੂਠੇ ਗਵਾਹ ਖੜੇ ਕੀਤੇ, ਜਿਨ੍ਹਾਂ ਨੇ ਕਿਹਾ, ਇਹ ਆਦਮੀ ਲਗਾਤਾਰ ਇਸ ਪਵਿੱਤਰ ਸਥਾਨ ਅਤੇ ਵਿਵਸਥਾ ਦੇ ਵਿਰੁੱਧ ਬੋਲਦਾ ਹੈ। ਅਸੀਂ ਇਸ ਨੂੰ ਕਹਿੰਦੇ ਸੁਣਿਆ ਹੈ ਕਿ ਨਾਸਰਤ ਨਿਵਾਸੀ ਯਿਸੂ ਇਸ ਸਥਾਨ ਨੂੰ ਨਾਸ਼ ਕਰ ਦੇਵੇਗਾ ਅਤੇ ਮੂਸਾ ਦੁਆਰਾ ਦਿੱਤੀਆਂ ਰਵਾਇਤਾਂ ਨੂੰ ਬਦਲ ਦੇਵੇਗਾ। ਸਭਾ ਵਿੱਚ ਸਾਰੇ ਬੈਠੇ ਹੋਏ ਲੋਕੀ ਸਤੀਫਨੂਸ ਵੱਲ ਬੜੀ ਨੀਝ ਲਾ ਕੇ ਦੇਖ ਰਹੇ ਸਨ। ਉਹਨਾਂ ਨੂੰ ਉਸ ਵੇਲੇ ਉਸ ਦਾ ਚਿਹਰਾ ਸਵਰਗਦੂਤ ਦੇ ਚਿਹਰੇ ਵਾਂਗ ਦਿਖਾਈ ਦਿੱਤਾ। ਇਹ ਪ੍ਰਭੂ ਦੀ ਬਾਣੀ ਹੈ। ਖੁਦਾ ਦਾ ਸ਼ੁਕਰ ਹੋਵੇ।
रक्षक तुम ही हो। करते हैं तुझको सादे प्रणाम, गाते हैं तेरा ही गुणगान। सारी सृष्टि के मालिक तुम ही हो, सारी सृष्टि के रक्षक तुम ही हो। करते हैं तुझको सादे प्रणाम, गाते हैं तेरा ही गुणगान। हालेलुया, 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 आमीन। ਪ੍ਰਭੂ ਤੁਹਾਡੇ ਨਾਲ ਹੋਵੇ। ਅਤੇ ਤੁਹਾਡੀ ਰੂਹ ਨਾਲ ਵੀ ਹੋਵੇ। ਪਾਠ ਪਵਿੱਤਰ ਅੰਜੀਲ ਦਾ ਸੰਤ ਯੋਹੰਨਾ ਦੇ ਅਨੁਸਾਰ। ਤੇਰੀ ਵਡਿਆਈ ਹੋਵੇ ਐ ਪ੍ਰਭੂ। ਉਸ ਦਾ 6 ਅਧਿਆਇ 22 ਤੋਂ 29 ਆਇਤ। ਅਗਲੇ ਦਿਨ ਜੋ ਲੋਕ ਸਮੁੰਦਰ ਦੇ ਦੂਜੇ ਪਾਸੇ ਰਹਿ ਗਏ ਸਨ, ਉਹਨਾਂ ਨੇ ਵੇਖਿਆ ਕਿ ਉੱਥੇ ਕੇਵਲ ਇੱਕ ਹੀ ਕਿਸ਼ਤੀ ਸੀ ਅਤੇ ਯਿਸੂ ਚੇਲਿਆਂ ਦੇ ਨਾਲ ਉਸ ਕਿਸ਼ਤੀ ਵਿੱਚ ਨਹੀਂ ਚੜ੍ਹਿਆ ਸੀ, ਸਗੋਂ ਉਸ ਦੇ ਚੇਲੇ ਇਕੱਲੇ ਹੀ ਚਲੇ ਗਏ ਸਨ। ਤਾਂ ਤਬੇਰੀਅਸ ਤੋਂ ਕੁਝ ਕਿਸ਼ਤੀਆਂ ਉਸ ਥਾਂ ਆ ਗਈਆਂ ਜਿੱਥੇ ਯਿਸੂ ਦੇ ਧੰਨਵਾਦ ਦੇਣ ਤੋਂ ਬਾਅਦ ਲੋਕਾਂ ਨੇ ਰੋਟੀ ਖਾਧੀ ਸੀ। ਇਸ ਲਈ ਜਦੋਂ ਲੋਕਾਂ ਨੇ ਵੇਖਿਆ ਕਿ ਉੱਥੇ ਨਾ ਤਾਂ ਯਿਸੂ ਹੈ ਅਤੇ ਨਾ ਹੀ ਉਸ ਦੇ ਚੇਲੇ ਹਨ, ਤਾਂ ਉਹ ਆਪ ਕਿਸ਼ਤੀਆਂ ਵਿੱਚ ਸਵਾਰ ਹੋ ਕੇ ਯਿਸੂ ਨੂੰ ਲੱਭਦੇ ਹੋਏ ਕਫਰਨਾਉਮ ਗਏ। ਜਦੋਂ ਉਹਨਾਂ ਨੇ ਉਸ ਨੂੰ ਸਮੁੰਦਰ ਦੇ ਦੂਜੇ ਪਾਸੇ ਵੇਖਿਆ ਤਾਂ ਉਹਨਾਂ ਨੇ ਕਿਹਾ, ਰੱਬੀ, ਤੁਸੀਂ ਇੱਥੇ ਕਦੋਂ ਆਏ? ਯਿਸੂ ਨੇ ਉਹਨਾਂ ਨੂੰ ਉੱਤਰ ਦਿੱਤਾ, ਮੈਂ ਤੁਹਾਨੂੰ ਸੱਚ-ਸੱਚ ਕਹਿੰਦਾ ਹਾਂ, ਤੁਸੀਂ ਮੈਨੂੰ ਇਸ ਲਈ ਨਹੀਂ ਲੱਭ ਰਹੇ ਕਿ ਤੁਸੀਂ ਨਿਸ਼ਾਨ ਵੇਖੇ ਹਨ, ਸਗੋਂ ਇਸ ਲਈ ਕਿ ਤੁਸੀਂ ਰੋਟੀਆਂ ਖਾਧੀਆਂ ਹਨ ਅਤੇ ਰੱਜ ਕੇ ਖਾਧੀਆਂ ਹਨ। ਨਾਸ਼ ਹੋਣ ਵਾਲੇ ਭੋਜਨ ਲਈ ਨਹੀਂ, ਸਗੋਂ ਉਸ ਭੋਜਨ ਲਈ ਮਿਹਨਤ ਕਰੋ ਜੋ ਅਨੰਤ ਜੀਵਨ ਲਈ ਕਾਇਮ ਰਹਿੰਦਾ ਹੈ, ਜੋ ਮਨੁੱਖ ਦਾ ਪੁੱਤਰ ਤੁਹਾਨੂੰ ਦੇਵੇਗਾ। ਕਿਉਂਕਿ ਖੁਦਾ ਬਾਪ ਨੇ ਉਸ ਉੱਤੇ ਆਪਣੀ ਮੋਹਰ ਲਾਈ ਹੈ। ਤਦ ਲੋਕਾਂ ਨੇ ਉਸ ਨੂੰ ਕਿਹਾ, ਖੁਦਾ ਦੇ ਕੰਮ ਕਰਨ ਲਈ ਸਾਨੂੰ ਕੀ ਕਰਨਾ ਚਾਹੀਦਾ ਹੈ? ਯਿਸੂ ਨੇ ਉਹਨਾਂ ਨੂੰ ਉੱਤਰ ਦਿੱਤਾ, ਖੁਦਾ ਦਾ ਕੰਮ ਇਹ ਹੈ ਕਿ ਤੁਸੀਂ ਉਸ ਉੱਤੇ ਈਮਾਨ ਲਿਆਵੋ ਜਿਸ ਨੂੰ ਉਸਨੇ ਘੱਲਿਆ ਹੈ। ਪ੍ਰਭੂ ਦੀ ਪਾਕ ਅੰਜੀਲ। ਤੇਰੀ ਮਹਿਮਾ ਹੋਵੇ ਐ ਮਸੀਹਾ। ਮਸੀਹ ਪਿਆਰੇ ਭੈਣੋ ਤੇ ਭਰਾਓ, ਅਸੀਂ ਵੇਖਦੇ ਹਾਂ ਕਿ ਪ੍ਰਭੂ ਯਿਸੂ ਮਸੀਹ ਦੇ ਵਚਨ, ਉਸ ਦੀਆਂ ਸਿੱਖਿਆਵਾਂ ਦੁਨੀਆ ਤੋਂ ਵਿਪਰੀਤ ਹਨ, ਦੁਨੀਆ ਦੇ ਖਿਲਾਫ ਹਨ। ਇਸ ਕਰਕੇ ਇਹਨਾਂ ਗੱਲਾਂ ਨੂੰ ਸਮਝਣਾ ਕਈ ਵਾਰੀ ਬਹੁਤ ਔਖਾ ਹੋ ਜਾਂਦਾ ਹੈ ਤੇ ਉਸ ਤੋਂ ਹੀ ਬਾਅਦ ਉਸ ਉੱਤੇ ਈਮਾਨ ਲਿਆਉਣਾ, ਵਿਸ਼ਵਾਸ ਕਰਨਾ ਵੀ ਔਖਾ ਹੋ ਜਾਂਦਾ ਹੈ। ਪ੍ਰਭੂ ਸਾਡੇ ਕੋਲ ਇਹ ਚਾਹੁੰਦਾ ਹੈ ਕਿ ਅਸੀਂ ਸਿਰਫ ਦੁਨਿਆਵੀ ਪੱਧਰ ਤੱਕ ਹੀ ਸੀਮਤ ਨਾ ਰਹੀਏ, ਸਿਰਫ ਹਮੇਸ਼ਾ ਸਰੀਰਕ ਲੋੜਾਂ ਵਾਲੀ ਨਾ ਜ਼ਿਆਦਾ ਧਿਆਨ ਦਈਏ। ਸਰੀਰ ਤੋਂ ਵੱਧ ਕੇ ਵੀ ਹੋਰ ਬਹੁਤ ਚੀਜ਼ਾਂ ਹਨ। ਸਾਡੀ ਮਾਨਸਿਕਤਾ ਹੈ, ਸਾਡੀ ਆਤਮਿਕਤਾ ਹੈ, ਸਾਡੇ ਵਿੱਚ ਆਤਮਾ ਹੈ, ਸਾਡੇ ਵਿੱਚ ਮਨ ਹੈ। ਅਸੀਂ ਇਹਦੇ ਵੱਲ ਧਿਆਨ ਦਈਏ
ਕਿ ਕਿਸ ਤਰ੍ਹਾਂ ਅਸੀਂ ਸਰੀਰ, ਮਨ ਤੇ ਆਤਮਾ ਇਹਨਾਂ ਤਿੰਨਾਂ ਵਿੱਚ ਇਕਸੁਰਤਾ ਦੇ ਵਿੱਚ ਕਿਸ ਤਰ੍ਹਾਂ ਸਭ ਕੁਝ ਠੀਕ ਰੱਖਣਾ ਹੈ। ਜੇ ਕਿਸੇ ਇੱਕ ਚੀਜ਼ ਨੂੰ ਜ਼ਿਆਦਾ ਤੁਸੀਂ ਧਿਆਨ ਦਿੰਦੇ ਹੋ ਤਾਂ ਤੁਸੀਂ ਦੁਨਿਆਵੀ ਪੱਧਰ ਤੇ ਸਰੀਰ ਵੱਲ ਹੀ ਜ਼ਿਆਦਾ ਧਿਆਨ ਦਿੰਦੇ ਰਹੋਗੇ। ਇਸ ਦੀਆਂ ਲੋੜਾਂ ਦੀ ਪੂਰਤੀ ਕਰਨ ਦੇ ਵਿੱਚ ਹੀ ਸਾਰਾ ਜੀਵਨ ਬਤੀਤ ਕਰ ਦਿਓਗੇ ਤੇ ਜੋ ਸਾਡੀ ਆਤਮਾ ਹੈ ਉਸ ਵੱਲ ਸਾਡਾ ਧਿਆਨ ਬਿਲਕੁਲ ਨਹੀਂ ਜਾਵੇਗਾ। ਤੇ ਉਸ ਦੇ ਨਾਲ ਹੀ ਜੋ ਸਾਡਾ ਮਨ ਹੈ, ਸਾਡਾ ਦਿਮਾਗ ਹੈ, ਉਹਨਾਂ ਸੋਚਾਂ ਵਿਚਾਰਾਂ ਵਿੱਚ ਹੀ ਫਸਿਆ ਰਹੇਗਾ ਕਿ ਕਿਸ ਤਰ੍ਹਾਂ ਅਸੀਂ ਆਪਣੀ ਇਹਨਾਂ ਲੋੜਾਂ ਨੂੰ ਪੂਰਾ ਕਰਨਾ ਹੈ, ਸਾਨੂੰ ਕਿਹੜੇ ਕਿਹੜੇ ਕੰਮ ਕਰਨੇ ਚਾਹੀਦੇ ਹਨ। ਹਮੇਸ਼ਾ ਚਿੰਤਾ ਤੇ ਪਰੇਸ਼ਾਨੀਆਂ ਵਿੱਚ ਆਪਾਂ ਡੁੱਬੇ ਰਵਾਂਗੇ। ਉਹਦਾ ਨਤੀਜਾ ਇਹ ਹੋਵੇਗਾ ਕਿ ਸਾਡੇ ਸਰੀਰ ਦੇ ਵਿੱਚ ਬਹੁਤ ਸਾਰੀਆਂ ਬਿਮਾਰੀਆਂ ਉਤਪੰਨ ਹੋ ਜਾਂਦੀਆਂ, ਪੈਦਾ ਹੋ ਜਾਂਦੀਆਂ ਵਾ। ਬਲੱਡ ਪ੍ਰੈਸ਼ਰ ਹੋ ਸਕਦਾ, ਸ਼ੂਗਰ ਹੋ ਸਕਦੀ ਹੈ, ਹੋਰ ਇਸ ਤਰ੍ਹਾਂ ਬਹੁਤ ਸਾਰੀਆਂ ਬਿਮਾਰੀਆਂ ਜਿਸ ਦਿਮਾਗੀ ਮਾਨਸਿਕ ਤਣਾਅ ਜਾਂ ਮਾਨਸਿਕ ਪਰੇਸ਼ਾਨੀਆਂ ਦੇ ਕਾਰਨ ਹੁੰਦੀ ਹੈ, ਜਿਸ ਦਾ ਅਸਰ ਸਾਡੇ ਸਮੁੱਚੇ ਸਰੀਰ ਉੱਤੇ ਹੁੰਦਾ ਹੈ। ਇਸ ਕਰਕੇ ਮਨੁੱਖ ਨੂੰ ਇਸ ਚੀਜ਼ ਦੀ ਲੋੜ ਹੈ ਕਿ ਅਸੀਂ ਆਪਣੇ ਸਰੀਰ, ਆਪਣੇ ਮਨ ਤੇ ਨਾਲ ਹੀ ਆਪਣੀ ਆਤਮਾ, ਇਹਨਾਂ ਤਿੰਨਾਂ ਦਾ ਇੱਕ ਬਰਾਬਰ ਧਿਆਨ ਰੱਖੀਏ। ਜਦੋਂ ਅਸੀਂ ਇੱਕ ਬੱਚੇ ਦਾ ਪਾਲਣ ਪੋਸ਼ਣ ਕਰਦੇ ਹਾਂ, ਪਰਵਰਿਸ਼ ਕਰਦੇ ਹਾਂ, ਤਾਂ ਉਦੋਂ ਅਸੀਂ ਹਰ ਸੰਭਵ ਤਰੀਕੇ ਨਾਲ ਚੰਗਾ ਭੋਜਨ, ਕੱਪੜੇ, ਸਾਰਾ ਕੁਝ ਮੁਹੱਈਆ ਕਰਦੇ ਹਾਂ। ਜਦੋਂ ਉਸਦੇ ਸਕੂਲ ਵਿੱਚ ਪੜ੍ਹਨ ਦੀ ਗੱਲ ਆ ਜਾਂਦੀ ਹੈ, ਉਸ ਦੀ ਮਾਨਸਿਕਤਾ ਦਾ ਵਿਕਾਸ ਕਰਨ ਵਾਲੀ ਗੱਲ ਆ ਜਾਂਦੀ ਹੈ, ਅਸੀਂ ਉਹਨੂੰ ਟਿਊਸ਼ਨ ਭੇਜਦੇ ਹਾਂ ਜਾਂ ਸਕੂਲ ਭੇਜਦੇ ਹਾਂ ਇਹ ਸੋਚ ਕੇ ਕਿ ਇਸ ਦੇ ਦਿਮਾਗੀ ਵਿਕਾਸ ਦਾ ਕੰਮ ਕਰਨਾ ਇਹ ਸਕੂਲ ਵਾਲਿਆਂ ਦੀ ਜ਼ਿੰਮੇਵਾਰੀ ਹੈ, ਟਿਊਸ਼ਨ ਪੜ੍ਹਾਉਣ ਵਾਲੀ ਜ਼ਿੰਮੇਵਾਰੀ ਹੈ। ਇਹ ਕਿਸੇ ਨਾ ਕਿਸੇ ਤਰੀਕੇ ਨਾਲ ਦੋ ਖੇਤਰਾਂ ਵਿੱਚ ਅਸੀਂ ਕਾਰਜਸ਼ੀਲ ਹੁੰਦੇ ਹਾਂ, ਥੋੜ੍ਹਾ ਬਹੁਤਾ ਧਿਆਨ ਦਿੰਦੇ ਹਾਂ, ਪਰ ਜੋ ਤੀਜਾ ਖੇਤਰ ਹੈ ਸਾਡੀ ਆਤਮਿਕਤਾ ਦਾ, ਉਸ ਦੇ ਵੇਲੇ ਅਸੀਂ ਪੂਰਨ ਤੌਰ ਤੇ ਭੁੱਲ ਜਾਂਦੇ ਹਾਂ ਕਿ ਆਤਮਾ ਵੀ ਹੈ ਜਿਸ ਦੇ ਬਾਰੇ ਅਸੀਂ ਧਿਆਨ ਦੇਣਾ ਹੈ, ਜਿਸ ਦੇ ਵਿਕਾਸ ਵੱਲ ਅਸੀਂ ਧਿਆਨ ਦੇਣਾ ਹੈ। ਸਰੀਰ, ਮਨ, ਆਤਮਾ, ਇਹਨਾਂ ਤਿੰਨਾਂ ਦਾ ਜੋ ਵਿਕਾਸ ਹੈ ਇੱਕ ਬਰਾਬਰ, ਇੱਕੋ ਸਮੇਂ ਤੇ ਇਕਸੁਰਤਾ ਦੇ ਵਿੱਚ ਹੋਣਾ ਚਾਹੀਦਾ ਹੈ। ਫਿਰ ਕੀ ਹੋਵੇਗਾ, ਸਾਨੂੰ ਸਮਝ ਲੱਗੇਗੀ ਕਿ ਸਾਡੇ ਵਿੱਚ ਜੋ ਈਮਾਨ ਹੈ ਉਹ ਸਾਡੀ ਆਤਮਾ ਦੀ ਲੋੜ ਹੈ। ਅਸੀਂ ਜੋ ਭੋਜਨ ਖਾਂਦੇ ਹਾਂ ਉਹ ਸਾਡੇ ਸਰੀਰ ਦੀ ਲੋੜ ਹੈ, ਤੇ ਜੋ ਸਾਡੀ ਆਤਮਾ ਦੀ ਲੋੜ ਹੈ ਉਹ ਹੈ ਖੁਦਾ ਦਾ ਵਚਨ ਅਤੇ ਖੁਦਾ ਦਾ ਪਾਕ ਬਦਨ ਅਤੇ ਲਹੂ, ਯਾਨੀ ਕਿ ਪਾਕ ਯੂਕਰਿਸਤ, ਪਾਕ ਸ਼ਰਾਕਤ। ਇਹ ਹੈ ਜੋ ਸਾਡੇ ਈਮਾਨ ਨੂੰ ਵਧਾਉਂਦੇ ਹਨ। ਇਸ ਕਰਕੇ ਅੱਜ ਅਸੀਂ ਪਹਿਲੇ ਪਾਠ ਵਿੱਚ ਸੁਣਦੇ ਹਾਂ ਕਿ ਮੁੱਢਲੀ ਕਲੀਸਿਆ ਦਾ ਸਭ ਤੋਂ ਪਹਿਲਾ ਸ਼ਹੀਦ ਹੋਇਆ ਸੰਤ ਸਟੀਫਨ, ਜੋ ਉਸਨੇ ਆਪਣੇ ਜੀਵਨ ਵਿੱਚ ਈਮਾਨ ਗ੍ਰਹਿਣ ਕੀਤਾ, ਵਿਸ਼ਵਾਸ ਗ੍ਰਹਿਣ ਕੀਤਾ। ਉਸਨੇ ਸਰੀਰ, ਮਨ, ਆਤਮਾ ਇਹਨਾਂ ਤਿੰਨਾਂ ਦਾ ਖਿਆਲ ਰੱਖਿਆ ਤੇ ਸਭ ਤੋਂ ਵੱਧ ਕੇ ਆਪਣੀ ਆਤਮਾ ਦਾ ਖਿਆਲ ਰੱਖਿਆ। ਇਸ ਕਰਕੇ ਜੋ ਉਸਨੇ ਈਮਾਨ ਗ੍ਰਹਿਣ ਕੀਤਾ ਸੀ, ਉਸ ਈਮਾਨ ਵਿੱਚ ਮਜ਼ਬੂਤੀ ਪ੍ਰਗਟ ਕਰਦਿਆਂ ਉਸਨੇ ਉਹਨਾਂ ਸਾਰੇ ਦੁੱਖਾਂ ਮੁਸੀਬਤਾਂ ਦਾ ਸਾਹਮਣਾ ਕੀਤਾ, ਇੱਥੋਂ ਤੱਕ ਕਿ ਆਪਣੀ ਜਾਨ ਦੀ ਕੁਰਬਾਨੀ ਵੀ ਦਿੱਤੀ। ਪ੍ਰਭੂ ਦਾ ਵਚਨ ਕਹਿੰਦਾ ਹੈ ਸੰਤ ਮੱਤੀ ਦੀ ਅੰਜੀਲ ਦੇ ਰਾਹੀਂ 5 ਅਧਿਆਇ 11 ਆਇਤ, ਧੰਨ ਉਹ ਲੋਕ ਹਨ ਜਿਹੜੇ ਮੇਰੇ ਕਾਰਨ ਜ਼ੁਲਮਾਂ ਦਾ, ਅਤਿਆਚਾਰਾਂ ਦਾ ਸਾਹਮਣਾ ਕਰਦੇ ਹਨ, ਜਾਂ ਪ੍ਰਭੂ ਦੇ ਕਾਰਨ, ਈਮਾਨ ਦੇ ਕਾਰਨ ਕੁਰਬਾਨੀਆਂ ਦਿੰਦੇ ਹਨ, ਸ਼ਹੀਦੀਆਂ ਪ੍ਰਾਪਤ ਕਰਦੇ ਹਨ। ਇਹਨਾਂ 2000 ਸਾਲਾਂ ਵਿੱਚ ਅਣਗਿਣਤ ਇਸ ਤਰ੍ਹਾਂ ਦੀਆਂ ਕੁਰਬਾਨੀਆਂ ਹੋਈਆਂ ਹਨ ਜਿਨ੍ਹਾਂ ਦੇ ਕਾਰਨ ਹਮੇਸ਼ਾ ਜੋ ਕਲੀਸਿਆ ਹੈ ਅੱਗੇ ਚੱਲਦੀ ਰਹੀ ਹੈ, ਅੱਗੇ ਚੱਲਦੀ ਰਹੀ ਹੈ। ਜੇਕਰ ਆਪਾਂ ਕਲੀਸਿਆ ਦਾ ਇਤਿਹਾਸ ਵੇਖੀਏ ਤਾਂ ਪਹਿਲੇ 300 ਸਾਲ, ਪਹਿਲੀ ਸਦੀ, ਦੂਜੀ ਸਦੀ, ਤੀਜੀ ਸਦੀ, ਇਹਨਾਂ 300 ਸਾਲਾਂ ਦੇ ਵਿੱਚ ਇੰਨੇ ਸ਼ਹੀਦ ਹੋਏ ਸਨ ਕਿ ਹਰ ਇੱਕ ਉਹ ਸ਼ਹੀਦ ਸੰਤ ਬਣ ਗਿਆ, ਉਸਨੂੰ ਸੰਤ ਦਾ ਰੁਤਬਾ ਮਿਲਿਆ, ਸੰਤ ਸੰਤਨੀਆਂ। ਉਹਨਾਂ ਨੂੰ ਜ਼ਿੰਦਾ ਜਲਾਇਆ ਗਿਆ, ਉਹਨਾਂ ਨੂੰ ਜੰਗਲੀ ਜਾਨਵਰਾਂ ਸਾਹਮਣੇ ਸੁੱਟਾ ਗਿਆ, ਉਹਨਾਂ ਨੂੰ ਤੇਲ ਵਿੱਚ ਤਲਿਆ ਗਿਆ, ਸਲੀਬਾਂ ਉੱਤੇ ਚੜਾਇਆ ਗਿਆ ਜਾਂ ਸਿਰ ਕਲਮ ਕੀਤੇ ਗਏ, ਕਿਉਂਕਿ ਇਸ ਤਰੀਕੇ ਨਾਲ ਉਹਨਾਂ ਨੇ ਆਪਣੀਆਂ ਕੁਰਬਾਨੀਆਂ ਦਿੱਤੀਆਂ। ਜਿੰਨੇ ਉਹਨਾਂ 300 ਸਾਲਾਂ ਵਿੱਚ ਸੰਤ ਸੰਤਨੀਆਂ ਹੋਈਏ ਉਸ ਤੋਂ ਬਾਅਦ ਘਟਦੇ ਗਏ। ਤੇ ਉਹਨਾਂ ਵਿੱਚ ਵਿਸ਼ਵਾਸ ਇਹ ਸੀ ਕਿ ਜਿਹੜਾ ਪ੍ਰਭੂ ਯਿਸੂ ਦੇ ਨਾਮ ਵਿੱਚ ਸ਼ਹੀਦੀ ਪ੍ਰਾਪਤ ਕਰਦਾ ਹੈ ਉਹ ਮੌਤ ਤੋਂ ਤੁਰੰਤ ਬਾਅਦ ਸਵਰਗ ਪਹੁੰਚ ਜਾਂਦਾ ਹੈ, ਤੇ ਇਹ ਸਾਡੇ ਸਾਰਿਆਂ ਦਾ ਵਿਸ਼ਵਾਸ ਹੈ। ਇਸ ਕਰਕੇ ਪਿਆਰਿਓ, ਜਦੋਂ ਅਸੀਂ ਮਸੀਹੀ ਈਮਾਨ ਦੀ ਗੱਲ ਕਰਦੇ ਹਾਂ, ਆਪਣੇ ਆਪ ਦੇ ਵੱਲ ਵੇਖਣਾ ਹੈ ਕਿ ਮੇਰੇ ਵਿੱਚ ਜੋ ਈਮਾਨ ਹੈ ਉਹ ਵੱਧ ਰਿਹਾ ਆ ਜਾਂ ਘਟ ਰਿਹਾ ਆ, ਤੇ ਮੈਂ ਉਹਦੇ ਪ੍ਰਤੀ ਕਿੰਨਾ ਕੁ ਸਰਗਰਮ ਹਾਂ, ਕਿ ਮੈਂ ਇਹਨਾਂ
ਜ਼ਿੰਮੇਵਾਰੀਆਂ ਨੂੰ ਜੋ ਮੈਂ ਗ੍ਰਹਿਣ ਕੀਤੀਆਂ ਹਨ, ਸ਼ਾਇਦ ਆਪਣੇ ਮਾਤਾ ਪਿਤਾ ਦੇ ਰਾਹੀਂ, ਸ਼ਾਇਦ ਕਿਸੇ ਦੇ ਰਾਹੀਂ ਮੈਂ ਈਮਾਨ ਗ੍ਰਹਿਣ ਕੀਤਾ ਹੈ, ਇਸ ਤੋਂ ਮੈਂ ਅੱਗੇ ਤੋਰ ਰਿਹਾ ਹਾਂ ਜਾਂ ਮੈਂ ਅੱਗੇ ਕਿਸੇ ਨੂੰ ਸੌਂਪ ਰਿਹਾ ਹਾਂ ਜਾਂ ਨਹੀਂ। ਆਓ ਅਸੀਂ ਇਹਨਾਂ ਗੱਲਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਅੱਜ ਖਾਸ ਤੌਰ 'ਤੇ ਮਿਸ਼ਨਰੀਆਂ ਲਈ ਪ੍ਰਾਰਥਨਾ ਕਰੀਏ। ਸਰਵਸ਼ਕਤੀਮਾਨ ਪਿਤਾ ਪਰਮੇਸ਼ਵਰ, ਅਸੀਂ ਤੁਹਾਡੀ ਮਹਿਮਾ ਤੇ ਵਡਿਆਈ ਕਰਦੇ ਹਾਂ, ਧੰਨਵਾਦ ਕਰਦੇ ਹਾਂ ਇਸ ਦਿਨ ਦੇ ਲਈ। ਸਾਨੂੰ ਸਾਰਿਆਂ ਨੂੰ ਪ੍ਰਾਰਥਨਾ ਭਵਨ TV ਚੈਨਲ ਦੇ ਰਾਹੀਂ ਇਸ ਪਾਕ ਮਾਸ ਦੇ ਵਿੱਚ ਇਕੱਠਿਆਂ ਕਰਨ ਦੇ ਲਈ ਹੈ ਪ੍ਰਭੂ, ਇਸ ਸਮੇਂ ਜਿੰਨੇ ਵੀ ਭੈਣ ਭਰਾ ਇਸ ਪਾਕ ਮਾਸ ਦੇ ਵਿੱਚ ਜੁੜੇ ਹਨ, ਉਹਨਾਂ ਸਾਰਿਆਂ ਨੂੰ ਆਪਣੀਆਂ ਭਰਪੂਰ ਬਰਕਤਾਂ ਪ੍ਰਦਾਨ ਕਰ। ਅਸੀਂ ਸਾਰੇ ਮਿਲ ਕੇ ਆਪਣੇ ਮਿਸ਼ਨਰੀ ਭੈਣ ਭਰਾਵਾਂ ਲਈ ਪ੍ਰਾਰਥਨਾ ਕਰਦੇ ਹਾਂ। ਹੈ ਪ੍ਰਭੂ, ਜਿੱਥੇ ਵੀ ਹੋਣ ਤੁਹਾਡੇ ਮੇਰ ਭਰੇ ਹੱਥਾਂ ਹੇਠ ਹਮੇਸ਼ਾ ਸੁਰੱਖਿਅਤ ਰਹਿਣ, ਹਿਫਾਜ਼ਤ ਵਿੱਚ ਰਹਿਣ। ਅਸੀਂ ਇਹ ਮੰਗਦੇ ਹਾਂ ਸਾਡੇ ਖੁਦਾਵੰਦ ਯਿਸੂ ਮਸੀਹ ਦੇ ਵਸੀਲੇ, ਆਮੀਨ। ਆਮੀਨ। ਗੁਜ਼ਰੇ ਦਿਨਾਂ ਵਿੱਚ ਮੇਰੇ ਨਾਲ ਬਿਆਬਾਨ ਦੇ ਵਿੱਚ ਰਹੀ ਮੇਰੀ ਸਾਹ। ਰਿਹਾ ਗੁਜ਼ਰੇ ਦਿਨਾਂ ਵਿੱਚ ਮੇਰੇ ਨਾਲ ਬਿਆਬਾਨ ਦੇ ਵਿੱਚ ਰਹੀ ਮੇਰੀ ਸਾਹ। ਮੈਂ ਸਾ ਹੋਇਆ ਬੇਵਫਾ, ਨਾ ਹੋਇਆ ਬੇਵਫਾ, ਮੈਂ ਸਾ ਹੋਇਆ ਬੇਵਫਾ, ਮੇਰੇ ਰਾਹਾਂ ਵਿੱਚ ਰਿਹਾਨੀ ਖਬਾ। ਪਲੇ ਆਇਆ ਜਦੋਂ ਯਾਦ ਕਰਾਂ, ਤਾਰੀਫ ਦਾ ਮੈਂ ਦੇਵਾਂ ਬਲਿਦਾ। ਪਲੇ ਆਇਆ ਜਦੋਂ ਯਾਦ ਕਰਾਂ, ਤਾਰੀਫ ਦਾ ਮੈਂ ਦੇਵਾਂ ਬਲਿਦਾ। ਪਲੇ ਆਇਆ ਜਦੋਂ ਯਾਦ ਕਰਾਂ, ਪਲੇ ਆਇਆ ਜਦੋਂ ਯਾਦ ਕਰਾਂ, ਪਲੇ ਆਇਆ ਜਦੋਂ ਯਾਦ ਕਰਾਂ। ਭਰਾਓ ਤੇ ਭੈਣੋ, ਪ੍ਰਾਰਥਨਾ ਕਰੋ ਕਿ ਮੇਰੀ ਤੇ ਤੁਹਾਡੀ ਇਹ ਕੁਰਬਾਨੀ ਪੂਰੀ ਕੁਦਰਤ ਵਾਲੇ ਖੁਦਾ ਬਾਪ ਨੂੰ ਕਬੂਲ ਹੋਵੇ। ਪ੍ਰਭੂ ਇਸ ਕੁਰਬਾਨੀ ਨੂੰ ਤੁਹਾਡੇ ਹੱਥਾਂ ਦੇ ਵਿੱਚੋਂ ਆਪਣੇ ਨਾਮ ਦੀ ਉਸਤਤ ਤੇ ਵਡਿਆਈ ਲਈ ਅਤੇ ਸਾਡੀ ਤੇ ਸਾਰੀ ਪਾਕ ਕਲੀਸਿਆ ਦੀ ਭਲੀ ਲਈ ਕਬੂਲ ਕਰੇ। ਐ ਪ੍ਰਭੂ, ਕੁਰਬਾਨੀ ਦੇ ਇਹਨਾਂ ਨਜ਼ਾਰਿਆਂ ਦੇ ਨਾਲ ਸਾਡੀਆਂ ਦੁਆਵਾਂ ਤੇਰੇ ਹਜ਼ੂਰ ਪਹੁੰਚ ਜਾਣ, ਤਾਂ ਜੋ ਤੇਰੀ ਮਿਹਰ ਨਾਲ ਸ਼ੁੱਧ ਕੀਤੇ ਹੋਏ ਅਸੀਂ ਤੇਰੇ ਅਤੀ ਮਹਾਨ ਪਿਆਰ ਦੇ ਭੇਦਾਂ ਦੇ ਲਾਇਕ ਬਣ ਜਾਈਏ। ਸਾਡੇ ਪ੍ਰਭੂ ਯਿਸੂ ਮਸੀਹ ਦੇ ਰਾਹੀਂ, ਆਮੀਨ। ਪ੍ਰਭੂ ਤੁਹਾਡੇ ਨਾਲ ਹੋਵੇ ਅਤੇ ਤੁਹਾਡੀ ਰੂਹ ਨਾਲ ਵੀ ਹੋਵੇ। ਤੁਸੀਂ ਆਪਣੇ ਦਿਲ ਪ੍ਰਭੂ ਵੱਲ ਲਗਾਓ। ਅਸੀਂ ਆਪਣੇ ਦਿਲ ਪ੍ਰਭੂ ਵੱਲ ਲਗਾਉਂਦੇ ਹਾਂ। ਅਸੀਂ ਆਪਣੇ ਪ੍ਰਭੂ ਖੁਦਾ ਦਾ ਧੰਨਵਾਦ ਕਰੀਏ। ਇਹ ਸਹੀ ਅਤੇ ਯੋਗ ਹੈ। ਐ ਪ੍ਰਭੂ ਪਵਿੱਤਰ ਬਾਪ, ਪੂਰੀ ਕੁਦਰਤ ਵਾਲੇ ਤੇ ਅਕਾਲ ਖੁਦਾ, ਇਹ ਸੱਚਮੁੱਚ ਸਹੀ ਅਤੇ ਯੋਗ ਹੈ, ਮੁਕਤੀ ਪਾਉਣ ਦਾ ਰਾਹ ਹੈ ਕਿ ਅਸੀਂ ਹਰ ਵੇਲੇ ਅਤੇ ਹਰ ਥਾਂ ਯਿਸੂ ਮਸੀਹ ਆਪਣੇ ਪ੍ਰਭੂ ਦੇ ਰਾਹੀਂ ਤੇਰਾ ਧੰਨਵਾਦ ਕਰੀਏ। ਪਾਸਕਾ ਦੇ ਇਸ ਸਮੇਂ ਅਸੀਂ ਹਮੇਸ਼ਾ ਨਾਲੋਂ ਵਧੇਰੀ ਖੁਸ਼ੀ ਨਾਲ ਤੇਰੀ ਵਡਿਆਈ ਕਰਦੇ ਹਾਂ। ਜਦੋਂ ਮਸੀਹ ਸਾਡੇ ਲਈ ਪਾਸਕਾ ਲੀਲਾ ਕੁਰਬਾਨ ਹੋਇਆ, ਉਹ ਹੁਣ ਵੀ ਸਾਡਾ ਪ੍ਰੋਹਤ ਹੈ, ਜੋ ਖੁਦਾ ਬਾਪ ਦੇ ਅੱਗੇ ਹਮੇਸ਼ਾ ਸਾਡੇ ਲਈ ਵਕਾਲਤ ਕਰਦਾ ਹੈ। ਮਸੀਹ ਉਹ ਬਲੀ ਦਾ ਲੀਲਾ ਹੈ ਜੋ ਹੁਣ ਕਦੀ ਨਹੀਂ ਮਰੇਗਾ। ਉਹ ਕੁਰਬਾਨ ਕੀਤਾ ਗਿਆ ਸੀ, ਹੁਣ ਹਮੇਸ਼ਾ ਲਈ ਜ਼ਿੰਦਾ ਹੈ। ਇਸ ਲਈ ਅਸੀਂ ਆਪਣੀ ਖੁਸ਼ੀ ਵਿੱਚ ਫਰਿਸ਼ਤਿਆਂ ਦੇ ਸੰਗੀਤੀ ਲਸ਼ਕਰਾਂ ਨਾਲ ਮਿਲ ਕੇ ਤੇਰੀ ਮਹਿਮਾਨ ਗੀਤ ਗਾਉਂਦੇ ਹੋਏ ਇਹ ਐਲਾਨ ਕਰਦੇ ਹਾਂ, ਪਾਕ 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 ਲਸ਼ਕਰਾਂ ਦੀ ਪ੍ਰਭੂ ਖੁਦਾ, ਸਵਰਗ ਅਤੇ ਧਰਤੀ ਤੇਰੀ ਜਲਾਲ ਨਾਲ ਭਰਪੂਰ ਹਨ। ਉਚਾਈਆਂ ਵਿੱਚ ਹੋਸਾਨਾ, ਮੁਬਾਰਕ ਹੈ ਉਹ ਜੋ ਪ੍ਰਭੂ ਦੇ ਨਾਮ ਉੱਤੇ ਆਉਂਦਾ ਹੈ। ਉਚਾਈਆਂ ਵਿੱਚ ਹੋਸਾਨਾ।
ਐ ਪ੍ਰਭੂ ਤੂੰ ਸੱਚਮੁੱਚ ਪਵਿੱਤਰ ਹੈ ਅਤੇ ਸਭ ਪਵਿੱਤਰਤਾ ਦਾ ਸੋਮਾ ਹੈ। ਇਸ ਲਈ ਅਸੀਂ ਬੇਨਤੀ ਕਰਦੇ ਹਾਂ ਕਿ ਜਿਸ ਤਰ੍ਹਾਂ ਤਰੇਲ ਪੈਂਦੀ ਹੈ ਉਸੇ ਤਰ੍ਹਾਂ ਤੂੰ ਆਪਣੇ ਰੂਹ ਪਾਕ ਨੂੰ ਭੇਜ ਕੇ ਇਹਨਾਂ ਨਸਰਾਨੀਆਂ ਨੂੰ ਪਵਿੱਤਰ ਕਰ, ਤਾਂ ਜੋ ਇਹ ਸਾਡੇ ਲਈ ਸਾਡੇ ਪ੍ਰਭੂ ਯਿਸੂ ਮਸੀਹ ਦਾ ਬਦਨ ਅਤੇ ਲਹੂ ਬਣ ਜਾਵੇ। ਉਸਨੇ ਆਪਣੀ ਮਰਜ਼ੀ ਨਾਲ ਆਪਣੇ ਆਪ ਨੂੰ ਦੁੱਖ ਤਸੀਆਂ ਲਈ ਸੌਂਪਦੇ ਹੋਏ ਰੋਟੀ ਲਈ ਧੰਨਵਾਦ ਕਰਦਿਆਂ ਰੋਟੀ ਤੋੜੀ ਅਤੇ ਆਪਣੇ ਚੇਲਿਆਂ ਨੂੰ ਦਿੱਤੀ, ਇਹ ਕਹਿੰਦੇ ਹੋਏ, ਤੁਸੀਂ ਸਾਰੇ ਇਹ ਲਵੋ ਅਤੇ ਇਸ ਵਿੱਚੋਂ ਖਾਵੋ, ਕਿਉਂ ਜੋ ਇਹ ਮੇਰਾ ਬਦਨ ਹੈ ਜਿਹੜਾ ਤੁਹਾਡੇ ਲਈ ਕੁਰਬਾਨ ਕੀਤਾ ਜਾਵੇਗਾ। ਇਸੇ ਤਰ੍ਹਾਂ ਭੋਜਨ ਕਰਨ ਤੋਂ ਬਾਅਦ ਉਸਨੇ ਪਿਆਲਾ ਲਿਆ, ਇੱਕ ਵਾਰ ਫਿਰ ਤੇਰਾ ਧੰਨਵਾਦ ਕਰਦਿਆਂ ਪਿਆਲਾ ਆਪਣੇ ਚੇਲਿਆਂ ਨੂੰ ਦਿੱਤਾ, ਇਹ ਕਹਿੰਦੇ ਹੋਏ, ਤੁਸੀਂ ਸਾਰੇ ਇਹ ਲਵੋ ਅਤੇ ਇਸ ਵਿੱਚੋਂ ਪੀਓ, ਕਿਉਂ ਜੋ ਇਹ ਮੇਰੇ ਲਹੂ ਦਾ ਪਿਆਲਾ ਹੈ, ਨਵੇਂ ਅਤੇ ਸਤੀਵੀ ਨੇਮ ਦਾ ਲਹੂ, ਜੋ ਤੁਹਾਡੇ ਅਤੇ ਬਹੁਤਿਆਂ ਵਾਸਤੇ ਗੁਨਾਹਾਂ ਦੀ ਮਾਫੀ ਲਈ ਵਹਾਇਆ ਜਾਵੇਗਾ। ਮੇਰੀ ਯਾਦ ਵਿੱਚ ਇਹ ਕਰਿਆ ਕਰੋ। ईमान दा भेद। ऐ प्रभु ਅਸੀਂ ਤੇਰੀ ਮੌਤ ਦਾ ਐਲਾਨ ਕਰਦੇ ਹਾਂ ਅਤੇ ਤੇਰੇ ਜੀ ਉੱਠਣ ਦੀ ਮੁਨਾਦੀ ਕਰਦੇ ਹਾਂ ਜਦ ਤੱਕ ਤੂੰ ਫਿਰ ਆਵੇਗਾ। ਐ ਪ੍ਰਭੂ ਅਸੀਂ ਯਿਸੂ ਤੇਰੀ ਮੌਤ ਅਤੇ ਉਹਦੇ ਜੀ ਉੱਠਣ ਦੀ ਯਾਦਗਾਰੀ ਮਨਾਉਂਦੇ ਹੋਏ ਤੈਨੂੰ ਇਹ ਜੀਵਨ ਦੀ ਰੋਟੀ ਅਤੇ ਮੁਕਤੀ ਦਾ ਪਿਆਲਾ ਚੁੰਦੇ ਹਾਂ। ਅਸੀਂ ਤੇਰਾ ਧੰਨਵਾਦ ਕਰਦੇ ਹਾਂ ਕਿਉਂ ਜੋ ਤੂੰ ਸਾਨੂੰ ਇਸ ਯੋਗ ਠਹਿਰਾਇਆ ਕਿ ਅਸੀਂ ਤੇਰੀ ਹਜ਼ੂਰੀ ਵਿੱਚ ਦਾਖਲ ਹੋ ਕੇ ਤੇਰੀ ਸੇਵਾ ਕਰੀਏ। ਅਸੀਂ ਹਲੀਮੀ ਨਾਲ ਦੁਆ ਕਰਦੇ ਹਾਂ ਕਿ ਮਸੀਹ ਦੇ ਬਦਨ ਅਤੇ ਲਹੂ ਵਿੱਚ ਹਿੱਸਾ ਲੈਣ ਦੁਆਰਾ ਅਸੀਂ ਰੂਹ ਪਾਕ ਦੇ ਰਾਹੀਂ ਏਕਤਾ ਵਿੱਚ ਬੱਝੇ ਰਹੀਏ। ਐ ਪ੍ਰਭੂ ਸਾਰੀ ਧਰਤੀ ਉੱਤੇ ਫੈਲੀ ਹੋਈ ਆਪਣੀ ਕਲੀਸਿਆ ਨੂੰ ਯਾਦ ਕਰ ਅਤੇ ਉਸ ਤੋਂ ਸਾਡੇ ਸੰਤ ਪਾਪਾ ਫ੍ਰਾਂਸਿਸ, ਸਾਡੇ ਬਿਸ਼ਪ ਫ੍ਰੈਂਕੋ ਤੇ ਇਗਨੈਲੋ, ਸਾਰੇ ਪ੍ਰੋਹਤਾ, ਧਾਰਮਿਕ ਸਿਸਟਰਾਂ ਤੇ ਸਭ ਵਿਸ਼ਵਾਸੀ ਲੋਕਾਂ ਨਾਲ ਪਿਆਰ ਦੇ ਸੰਪੂਰਨਤਾ ਵਿੱਚ ਕਾਇਮ ਰੱਖ। ਸਾਡੇ ਭੈਣਾਂ ਭਰਾ ਨੂੰ ਵੀ ਯਾਦ ਕਰ ਜਿਹੜੇ ਜੀ ਉੱਠਣ ਦੀ ਉਮੀਦ ਨਾਲ ਸੌਂ ਗਏ ਹਨ ਅਤੇ ਉਹਨਾਂ ਸਾਰਿਆਂ ਨੂੰ ਵੀ ਜੋ ਤੇ ਰਹਿਮ ਵਿੱਚ ਮਰ ਗਏ ਹਨ, ਇਹਨਾਂ ਦਾ ਆਪਣੀ ਹਜ਼ੂਰੀ ਦੇ ਚਾਨਣ ਵਿੱਚ ਸਵਾਗਤ ਕਰ। ਐ ਪ੍ਰਭੂ ਅਸੀਂ ਬੇਨਤੀ ਕਰਦੇ ਹਾਂ ਕਿ ਸਾਡੇ ਸਾਰਿਆਂ ਉੱਤੇ ਦਇਆ ਕਰ ਤਾਂ ਜੋ ਮੁਕੱਦਸ ਕੁਆਰੀ ਮਰੀਅਮ ਖੁਦਾ ਦੀ ਮਾਂ ਦੇ ਨਾਲ ਉਸੇ ਕੁਆਰੇ ਦੇ ਮੁਬਾਰਕ ਵਰ ਸੰਤ ਯੂਸਫ ਦੇ ਨਾਲ ਧੰਨ ਰਸੂਲਾਂ, ਸੰਤ ਐਥਨੇਸ਼ੀਅਸ ਅਤੇ ਸਾਰੇ ਸੰਤਾਂ ਨਾਲ ਜਿਨ੍ਹਾਂ ਨੇ ਸਾਰੇ ਯੁੱਗਾਂ ਵਿੱਚ ਤੈਨੂੰ ਖੁਸ਼ ਕੀਤਾ ਹੈ, ਅਸੀਂ ਸਤੀਵੀ ਜੀਵਨ ਦੇ ਵਾਰਿਸ ਹੋਣ ਦੇ ਹੱਕਦਾਰ ਬਣ ਜਾਵਾਂਗੇ ਅਤੇ ਤੇਰੇ ਬੇਟੇ ਯਿਸੂ ਮਸੀਹ ਦੇ ਰਾਹੀਂ ਤੇਰੀ ਵਡਿਆਈ ਅਤੇ ਉਸਤਤ ਕਰਾਂਗੇ। ਉਸਦੇ ਰਾਹੀਂ ਤੇ ਉਸਦੇ ਨਾਲ ਤੇ ਉਸਦੇ ਵਿੱਚ ਹੈ ਖੁਦਾ ਪੂਰੀ ਕੁਦਰਤ ਵਾਲੇ ਬਾਪ ਰੂਹ ਪਾਕ ਦੀ ਏਕਤਾ ਵਿੱਚ ਸਭ ਜਲਾਲ ਅਤੇ ਵਡਿਆਈ ਤੇਰੀ ਹੀ ਹੈ ਸਦਾ ਤੋਂ ਸਦਾ ਤੱਕ। ਆਮੀਨ। ਆਓ ਅਸੀਂ ਪੂਰਨ ਭਰੋਸਾ ਰੱਖਦੇ ਹੋਏ ਉਹਨਾਂ ਸ਼ਬਦਾਂ ਵਿੱਚ ਉਸੇ ਹੀ ਪ੍ਰਾਰਥਨਾ ਦੁਹਰਾਈਏ
ਜੋ ਪ੍ਰਭੂ ਯਿਸੂ ਮਸੀਹ ਨੇ ਸਾਨੂੰ ਸਿਖਾਈ ਹੈ। ਐ ਸਾਡੇ ਬਾਪ ਜਿਹੜਾ ਤੂੰ ਅਸਮਾਨ ਉੱਤੇ ਹੈ, ਤੇਰਾ ਨਾਮ ਪਾਕ ਮੰਨਿਆ ਜਾਵੇ, ਤੇਰਾ ਰਾਜ ਆਵੇ, ਤੇਰੀ ਮਰਜ਼ੀ ਜਿਸ ਤਰ੍ਹਾਂ ਅਸਮਾਨ ਉੱਤੇ ਪੂਰੀ ਹੁੰਦੀ ਹੈ ਜ਼ਮੀਨ ਉੱਤੇ ਵੀ ਹੋਵੇ। ਸਾਡੇ ਰੋਜ਼ ਦੀ ਰੋਟੀ ਅੱਜ ਸਾਨੂੰ ਦੇ, ਸਾਡੇ ਕਸੂਰ ਸਾਨੂੰ ਮਾਫ ਕਰ ਜਿਸ ਤਰ੍ਹਾਂ ਅਸੀਂ ਆਪਣੇ ਕਸੂਰਵਾਰਾਂ ਨੂੰ ਮਾਫ ਕਰਦੇ ਹਾਂ। ਸਾਨੂੰ ਅਜ਼ਮਾਇਸ਼ ਵਿੱਚ ਨਾ ਪਾ, ਸਗੋਂ ਬੁਰਾਈ ਤੋਂ ਬਚਾ। ਐ ਪ੍ਰਭੂ ਅਸੀਂ ਪ੍ਰਾਰਥਨਾ ਕਰਦੇ ਹਾਂ, ਸਭ ਬੁਰਾਈਆਂ ਤੋਂ ਸਾਨੂੰ ਬਚਾਓ। ਆਪਣੇ ਰਹਿਮ ਨਾਲ ਸਾਡੇ ਦਿਨਾਂ ਵਿੱਚ ਸ਼ਾਂਤੀ ਦੇ, ਤਾਂ ਜੋ ਤੇਰੀ ਦਇਆ ਦੀ ਮਦਦ ਨਾਲ ਅਸੀਂ ਹਮੇਸ਼ਾ ਗੁਨਾਹਾਂ ਤੋਂ ਮੁਕਤ ਰਹੀਏ ਅਤੇ ਹਰ ਮੁਸੀਬਤ ਤੋਂ ਸੁਰੱਖਿਅਤ ਰਹੀਏ। ਜਿਵੇਂ ਮੁਬਾਰਕ ਉਮੀਦ ਰੱਖਦੇ ਹੋਏ ਅਸੀਂ ਯਿਸੂ ਮਸੀਹ ਸਾਡੇ ਮੁਕਤੀਦਾਤੇ ਦੇ ਆਉਣ ਦੀ ਉਡੀਕ ਕਰਦੇ ਹਾਂ। ਕਿਉਂ ਜੋ ਰਾਜ, ਕੁਦਰਤ ਅਤੇ ਜਲਾਲ ਯੁਗੋ ਯੁਗ ਤੇਰਾ ਹੀ ਹੈ। ਐ ਪ੍ਰਭੂ ਯਿਸੂ ਮਸੀਹ ਤਾਂ ਆਪਣੇ ਰਸੂਲਾਂ ਨੂੰ ਆਖਿਆ, ਮੈਂ ਤੁਹਾਨੂੰ ਸ਼ਾਂਤੀ ਦਿੰਦਾ ਹਾਂ, ਆਪਣੀ ਸ਼ਾਂਤੀ ਮੈਂ ਤੁਹਾਨੂੰ ਪ੍ਰਦਾਨ ਕਰਦਾ ਹਾਂ। ਤੂੰ ਸਾਡੇ ਗੁਨਾਹਾਂ ਨੂੰ ਨਹੀਂ, ਸਗੋਂ ਆਪਣੀ ਕਲੀਸਿਆ ਦੇ ਈਮਾਨ ਨੂੰ ਵੇਖ ਅਤੇ ਉਸ ਨੂੰ ਆਪਣੀ ਮਰਜ਼ੀ ਮੁਤਾਬਕ ਸ਼ਾਂਤੀ ਅਤੇ ਏਕਤਾ ਪ੍ਰਦਾਨ ਕਰ। ਤੂੰ ਜੇ ਜਿਉਂਦਾ ਤੇ ਰਾਜ ਕਰਦਾ ਹੈ ਸਦਾ ਤੋਂ ਸਦਾ ਤੱਕ। ਆਮੀਨ। ਪ੍ਰਭੂ ਦੀ ਸ਼ਾਂਤੀ ਸਦਾ ਤੁਹਾਡੇ ਨਾਲ ਹੋਵੇ ਅਤੇ ਤੁਹਾਡੀ ਰੂਹ ਨਾਲ ਵੀ ਹੋਵੇ। ਅਸੀਂ ਆਪ ਵਿੱਚ ਸ਼ਾਂਤੀ ਦਾ ਸਲਾਮ ਦਈਏ। ਐ ਲੀਲੇ ਖੁਦਾ ਦੀ, ਤੂੰ ਜਿਹੜਾ ਦੁਨੀਆ ਦੇ ਗੁਨਾਹ ਚੁੱਕ ਲੈਂਦਾ ਹੈ, ਸਾਡੀ ਉੱਤੇ ਦਇਆ ਕਰ। ਐ ਲੀਲੇ ਖੁਦਾ ਦੀ, ਤੂੰ ਜਿਹੜਾ ਦੁਨੀਆ ਦੇ ਗੁਨਾਹ ਚੁੱਕ ਲੈਂਦਾ ਹੈ, ਸਾਡੀ ਉੱਤੇ ਦਇਆ ਕਰ। ਐ ਲੀਲੇ ਖੁਦਾ ਦੀ, ਤੂੰ ਜਿਹੜਾ ਦੁਨੀਆ ਦੇ ਗੁਨਾਹ ਚੁੱਕ ਲੈਂਦਾ ਹੈ, ਸਾਨੂੰ ਸ਼ਾਂਤੀ ਦੇ। ਵੇਖੋ ਖੁਦਾ ਦਾ ਲੇਲਾ ਪ੍ਰਭੂ ਯਿਸੂ ਮਸੀਹ, ਇਹਨੂੰ ਵੇਖੋ ਜਿਹੜਾ ਦੁਨੀਆ ਦੇ ਗੁਨਾਹ ਚੁੱਕ ਲੈ ਜਾਂਦਾ ਹੈ। ਧੰਨ ਹਨ ਉਹ ਜਿਹੜੇ ਲੇਲੇ ਦੇ ਭੋਜ ਲਈ ਸੱਦੇ ਗਏ ਹਨ। ਐ ਪ੍ਰਭੂ, ਮੈਂ ਇਸ ਯੋਗ ਤਾਂ ਨਹੀਂ ਹਾਂ ਕਿ ਤੂੰ ਮੇਰੀ ਛੱਤ ਥੱਲੇ ਆਵੇਂ, ਪਰ ਇੱਕ ਸ਼ਬਦ ਆਖ ਤਾਂ ਮੇਰੀ ਰੂਹ ਚੰਗੀ ਹੋ ਜਾਵੇਗੀ। रात दिने मैं तैनू बुलावा, बिन तेरे मैं चैन न पावा। रात दिने मैं तैनू बुलावा, मेरी कोलिया प्यारी शाफिया, नूरी तेरी दी झलक दिखा जा। मेरी कोलिया प्यारी शाफिया, नूरी तेरी दी झलक दिखा जा। ਅਸੀਂ ਪ੍ਰਾਰਥਨਾ ਕਰੀਏ। ਹੈ ਪੂਰੀ ਕੁਦਰਤ ਵਾਲੇ ਤੇ ਅਕਾਲ ਖੁਦਾ, ਪ੍ਰਭੂ ਯਿਸੂ ਮਸੀਹ ਦੇ ਜੀ ਉਠਣ ਦੇ ਰਾਹੀਂ ਤੂੰ ਸਾਡੇ ਲਈ ਇਸ ਦੇਵੀ ਜੀਵਨ ਨੂੰ ਮੁੜ ਬਹਾਲ ਕਰਦਾ ਹੈ। ਇਸ ਪਾਸਕਾ ਸਾਕਰਾਮੈਂਟ ਦੇ ਫਲ ਨੂੰ ਸਾਡੇ ਵਿੱਚ ਵਧਾ ਅਤੇ ਇਸ ਮੁਕਤੀਦਾਇਕ ਖੁਰਾਕ ਦੀ ਸ਼ਕਤੀ ਨੂੰ ਸਾਡੇ ਦਿਲਾਂ ਵਿੱਚ ਪਾ ਦੇ। ਸਾਡੇ ਪ੍ਰਭੂ ਯਿਸੂ ਮਸੀਹ ਦੇ ਰਾਹੀਂ
ਆਮੀਨ। ਪ੍ਰਭੂ ਤੁਹਾਡੇ ਨਾਲ ਹੋਵੇ ਅਤੇ ਤੁਹਾਡੀ ਰੂਹ ਨਾਲ ਵੀ ਹੋਵੇ। ਸਰਵ ਸ਼ਕਤੀਮਾਨ ਖੁਦਾ ਬਾਪ ਅਤੇ ਬੇਟਾ ਤੇ ਰੂਹ ਪਾਕ ਤੁਹਾਨੂੰ ਸਭ ਨੂੰ ਬਰਕਤ ਦੇਵੇ। ਆਮੀਨ। ਸ਼ਾਂਤੀ ਵਿੱਚ ਜਾਵੋ। ਹਾਲੇਲੂਇਆ ਹਾਲੇਲੂਇਆ। ਖੁਦਾ ਦਾ ਸ਼ੁਕਰ ਹੋਵੇ। ਹਾਲੇਲੂਇਆ ਹਾਲੇਲੂਇਆ। ਦੁਆ ਯਾਦ ਕਰ ਯਾਦ ਕਰ ਐ ਨਹਾਇਤ ਮਿਹਰਬਾਨ ਕੁਆਰੀ ਮਰੀਮ, ਕੋਈ ਕਦੇ ਨਹੀਂ ਸੁਣਿਆ ਗਿਆ ਕਿ ਕੋਈ ਵੀ ਤੇਰੀ ਪਨਾਹ ਲੱਭਦਿਆਂ, ਤੇਰੀ ਮਦਦ ਚਾਹੁੰਦਿਆਂ, ਤੇਰੀ ਸਿਫਾਰਿਸ਼ ਮੰਗਦਿਆਂ ਤੇ ਤੋਂ ਖਾਲੀ ਗਿਆ ਹੋਵੇ। ਐ ਕੁਆਰੀ ਕੁਆਰੀਆਂ ਦੀ ਅਤੇ ਮੇਰੀ ਮਾਂ, ਇਸ ਤਸੱਲੀ ਨਾਲ ਮੈਂ ਤੇਰੇ ਕੋਲ ਨੱਸ ਕੇ ਆਉਂਦੀ ਹਾਂ ਅਤੇ ਤੇਰੇ ਅੱਗੇ ਖਲੋ ਕੇ ਮੈਂ ਗੁਨਾਹੀ ਰੋਂਦੀ ਹਾਂ। ਐ ਦੇਤਾਰੇ ਹੋਏ ਕਲਾਮ ਦੀ ਮਾਂ, ਤੂੰ ਮੇਰੀਆਂ ਅਰਜ਼ਾਂ ਨੂੰ ਹਕੀਰ ਨਾ ਜਾਣੀ, ਸਗੋਂ ਮਿਹਰਬਾਨੀ ਨਾਲ ਸੁਣ ਅਤੇ ਕਬੂਲ ਕਰ। ਆਮੀਨ। ਮਾਂ ਮਰੀਮ ਸ਼ਾਂਤੀ ਦੀ ਰਾਣੀ, ਸਾਡੇ ਲਈ ਦੁਆ ਕਰ। ਸੁਰਾਂ ਨੂੰ ਮਿਲਾ ਕੇ ਹਾਲੇਲੂਇਆ ਗਾ ਕੇ ਪਾਸ ਦਾ ਮਨਾਉਣਾ, ਉਹ ਪਾਸ ਦਾ ਮਨਾਉਣਾ। ਸੁਰਾਂ ਨੂੰ ਮਿਲਾ ਕੇ ਹਾਲੇਲੂਇਆ ਗਾ ਕੇ ਪਾਸ ਦਾ ਮਨਾਉਣਾ, ਉਹ ਪਾਸ ਦਾ ਮਨਾਉਣਾ। जिंदा मसीहा होया हालेलुया को सारे, जिंदा मसीहा होया हालेलुया को सारे। डिगे सिपाही सबे ऊपर ने डर दे मारे, डिगे सिपाही सबे ऊपर ने डर दे मारे।